ਦੂਸਰਾ ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਇਨਪੁਟ ਡਿਵਾਈਸ ਹੈ ਡੈਟ ਇਜ਼ ਮਾਊਸ। ਮਾਊਸ ਤੋਂ ਬੜਾ ਫੈਮਿਲੀਅਰ ਹੈ ਤੁਸੀਂ। ਮਾਊਸ ਔਰ ਕੀਬੋਰਡ ਦੋ ਡਿਵਾਈਸਿਸ ਹੈ, ਤੁਸੀਂ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹੈ। ਪਰ ਜਿਹੜਾ ਮਾਊਸ ਹੈ ਬੇਸਿਕਲੀ ਕੀ ਹੈ, ਇਟ ਇਜ਼ ਅ ਪੁਆਇੰਟਿੰਗ ਡਿਵਾਈਸ। ਪੁਆਇੰਟਿੰਗ ਡਿਵਾਈਸ, ਪੁਆਇੰਟਿੰਗ ਡਿਵਾਈਸ ਇਨਪੁਟ ਮੀਨ ਕੀ ਹੈ, ਇਨਪੁਟ ਡਿਵਾਈਸ ਹੈ ਜਿਹੜਾ ਕੀ ਹੈ ਪੁਆਇੰਟ ਕਰਦਾ ਕਿਸੇ ਚੀਜ਼ ਨੂੰ। ਆਪਾਂ ਕਲਿੱਕਿੰਗ ਕਰਨ ਵਾਸਤੇ ਯੂਜ਼ ਕਰਦੇ ਹੈਗੇ ਆ। ਇਹ ਜ਼ਿਆਦਾਤਰ ਇਹ ਕਿਸ ਟਾਈਮ ਆਇਆ, ਮਤਲਬ ਅੱਜ ਕੱਲ੍ਹ ਤਾਂ ਆਪਾਂ ਯੂਜ਼ ਕਰ ਰਹੇ ਹਾਂ। ਇਹ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਦੇਖਿਆ ਹੋਏਗਾ ਜਿਹੜਾ ਆਪਰੇਟਿੰਗ ਸਿਸਟਮ ਸੀ ਉਹ ਡੌਸ ਸੀਗਾ, MS ਡੌਸ। ਜਿਹੜਾ ਆਪਰੇਟਿੰਗ ਸਿਸਟਮ ਕਿਹੜਾ ਸੀਗਾ, MS ਡੌਸ, ਮਾਈਕਰੋਸਾਫਟ ਡਿਸਕ ਆਪਰੇਟਿੰਗ ਸਿਸਟਮ। ਇਹ ਜਿਹੜਾ ਆਪਰੇਟਿੰਗ ਸਿਸਟਮ ਸੀਗਾ ਕਮਾਂਡ ਬੇਸਡ। ਕਮਾਂਡ ਬੇਸਡ, ਜਦੋਂ ਕਮਾਂਡ ਬੇਸਡ ਸੀਗੀ ਨੈਚੁਰਲੀ ਆਪਾਂ ਕੀ ਹੈ, ਹਰ ਜਿਹੜੀ ਇੰਸਟਰਕਸ਼ਨ ਦੇਣੀ ਸੀ ਇਨ ਦੀ ਫਾਰਮ ਆਫ ਕਮਾਂਡ ਸੀ। ਕਮਾਂਡ ਦਾ ਮਤਲਬ ਕਿ ਆਪਾਂ ਇਨਪੁਟ ਕਰਦੇ ਸੀ। ਜਦੋਂ ਆਪਾਂ ਇਨਪੁਟ ਕਰਦੇ ਸੀ ਤਾਂ ਨੈਚੁਰਲੀ ਆਪਾਂ ਨੂੰ ਕੋਈ ਪੁਆਇੰਟਿੰਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੀ। ਉਸ ਟਾਈਮ ਤੱਕ ਕੀਬੋਰਡ ਦਾ ਹੀ ਰੋਲ ਕਾਫੀ ਬੜਾ ਰਿਹਾ। ਪਰ ਕੀਬੋਰਡ ਤੋਂ ਬਾਅਦ ਮਾਊਸ ਦਾ ਰੋਲ ਕਦੋਂ ਸ਼ੁਰੂ ਹੋਇਆ? ਮਾਊਸ ਦੀ ਇੰਪੋਰਟੈਂਸ ਉਦੋਂ ਹੀ ਹੋਈ ਜਦੋਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਆਇਆ। ਗ੍ਰਾਫਿਕਲ ਯੂਜ਼ਰ ਇੰਟਰਫੇਸ, ਗ੍ਰਾਫਿਕਲ ਯੂਜ਼ਰ ਇੰਟਰਫੇਸ ਉਦੋਂ ਆਇਆ ਜਦੋਂ ਵਿੰਡੋਜ਼ ਪਹਿਲੀ ਵਾਰ ਆਈ, ਵਿੰਡੋਜ਼ 3.1। ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ ਆਪਾਂ ਵਿੰਡੋਜ਼ ਵੀ ਯੂਜ਼ ਕਰ ਰਹੇ ਹਾਂ, ਵਿੰਡੋਜ਼ 10 ਤੱਕ ਪਹੁੰਚ ਗਏ ਹੈਗੇ। ਗ੍ਰਾਫਿਕਲ ਯੂਜ਼ਰ ਇੰਟਰਫੇਸ ਕਿਹਨੂੰ ਕਹਿੰਦੇ ਆ? ਵਿੰਡੋਜ਼, ਜਿਹਦੇ ਵਿੱਚ ਕੀ ਹੈ ਜਿਹੜਾ ਇੰਟਰਫੇਸ ਗ੍ਰਾਫਿਕਲ ਹੈ, ਮਤਲਬ ਹਰ ਫੋਰਮ ਜਿਹੜੀ ਹੈਗੀ ਹੈ ਸਕਰੀਨ ਦੇ ਉੱਪਰ ਜਿਹੜੀ ਕੀ ਹੈ ਇਨ ਦਾ ਫਾਰਮ ਆਈਕਨਸ ਹੈਗੀ ਹੈ ਜਿੱਥੇ ਆਪਾਂ ਕਲਿੱਕ ਕਰ ਸਕਦੇ ਹੈਗੇ। ਪਹਿਲਾਂ ਤੁਸੀਂ ਕੋਈ ਫਾਈਲ ਕਾਪੀ ਕਰਨੀ ਹੁੰਦੀ ਸੀ, ਕਮਾਂਡ ਦਿੰਦੇ ਸੀ ਕਾਪੀ ਦਿਸ ਫਾਈਲ ਟੂ ਦਿਸ ਡਰਾਈਵ ਸੋ ਓਵਰ। ਅੱਜ ਕੱਲ੍ਹ ਤੁਸੀਂ ਕੀ ਕਰਦੇ ਹੈਗੇ ਆ, ਫਾਈਲ ਕਾਪੀ ਕਰਨੀ ਹੈਗੀ ਆ ਤਾਂ ਕੀ ਹੈ ਡੈਸਕਟਾਪ ਤੇ ਵੀ ਕਰਨੀ ਹੈ, ਰਾਈਟ ਕਲਿੱਕ ਕਰਦੇ ਹਾਂ ਕਾਪੀ ਐਂਡ ਦੈਨ ਪੇਸਟ ਸਮਵੇਅਰ ਐਲਸ। ਜਸਟ ਕੀ ਹੈ ਕਾਪੀ ਪੇਸਟ ਕਿਹਦੇ ਥਰੂ ਹੋ ਰਿਹਾ? ਮਾਊਸ ਦੇ ਥਰੂ। ਸੋ ਕੀ ਹੈ ਜਦੋਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਆਇਆ ਉਸ ਟਾਈਮ ਕੀ ਹੈ ਮਾਊਸ ਦੀ ਇੰਪੋਰਟੈਂਸ ਆਈ, ਤੇ ਮਾਊਸ ਉਸ ਟਾਈਮ ਮਾਊਸ ਵੀ ਕਹਿੰਦੇ ਇਹਨੂੰ, ਕਦੇ ਇਹਦੇ ਮਾਈਸ ਵੀ ਕਹਿੰਦੇ ਪਹਿਲਾਂ। ਸੋ ਮਾਈਸ ਉਸ ਟਾਈਮ ਸਟਾਰਟ ਹੋਇਆ, ਪਹਿਲੀ ਵਾਰ ਮਾਊਸ ਦੀ ਇਨਵੈਂਸ਼ਨ ਹੋਈ। ਹੁਣ ਮਾਊਸ ਦਾ ਬੇਸਿਕ ਫੰਕਸ਼ਨ ਕੀ ਸੀਗਾ? ਜਸਟ ਕੀ ਕਲਿੱਕ ਕਰਨਾ ਸੀਗਾ ਪੋਜੀਸ਼ਨ ਤੇ ਜਿਹੜੀ ਜਗ੍ਹਾ ਤੇ ਉਹਨਾਂ ਨੇ ਆਈਕਨ ਬਣਾਈ। ਸਪੋਜ਼ ਕੀ ਹੈ ਇਹ ਤੁਹਾਡੀ ਸਕਰੀਨ ਹੈ, ਇਹ ਸਕਰੀਨ ਤੇ ਇਹ ਆਈਕਨ ਹੈ, ਕੋਈ ਫਾਈਲ ਹੈ, ਇਹ ਵਿੰਡੋਜ਼ ਹੈ, ਇਹ ਸਕਰੀਨ ਹੈ। ਸਕਰੀਨ ਤੇ ਜਦੋਂ ਤੁਸੀਂ ਮਾਊਸ ਲੈ ਕੇ ਜਾਂਦੇ ਸੀ ਇਸ ਜਗ੍ਹਾ ਤੇ ਇਹ ਮਾਊਸ ਦਾ ਕਰਸਰ ਆਉਂਦਾ ਸੀ ਇਸ ਜਗ੍ਹਾ ਤੇ। ਇਹ ਕਿਸ ਤਰ੍ਹਾਂ ਡਿਟੈਕਟ ਹੁੰਦਾ ਸੀ ਵੀ ਐਸੇ ਜਗ੍ਹਾ ਤੇ ਹੈਗਾ, ਇਸੇ ਚੀਜ਼ ਨੂੰ ਕਲਿੱਕ ਕਰਨਾ ਹੈਗਾ ਤਾਂ ਕਿ ਇਹ ਵਾਲੀ ਚੀਜ਼ ਹੀ ਇਕੱਲੀ ਓਪਨ ਹੋਵੇ। ਸੋ ਉਸ ਚੀਜ਼ ਦੀ ਪੋਜੀਸ਼ਨਿੰਗ ਦੇਣ ਵਾਸਤੇ ਮਾਊਸ ਦੀ ਕਿਵੇਂ ਵਰਕ ਕਰਦਾ ਹੈਗਾ, ਤਾਂ ਉਹ ਚੀਜ਼ ਨੂੰ ਉਹਦੀ ਮੂਵਮੈਂਟ ਹੁੰਦੀ ਸੀ, ਮੀਨਸ ਕਿ ਇਹ ਕਰਸਰ ਮੂਵ ਕਰਦਾ ਸੀ। ਮੀਨਸ ਕਿ ਇਸ ਜਗ੍ਹਾ ਤੋਂ ਆਪਾਂ ਇੱਥੇ ਲੈ ਗਏ, ਇੱਥੇ ਲੈ ਗਏ, ਹਰ ਜਗ੍ਹਾ ਆਪਾਂ ਨੂੰ ਕੀ ਆ ਜਿਹੜੀ ਮਾਊਸ ਦੀ ਮੂਵਮੈਂਟ ਸੀਗੀ ਉਹ ਕੀ ਲੈਫਟ ਰਾਈਟ ਸੀ, ਇੱਦਾਂ ਸਾਰੀ ਡਾਇਰੈਕਸ਼ਨ ਸੀਗੀ, ਚਾਹੇ ਲੈਫਟ ਕਰਨਾ, ਰਾਈਟ ਕਰਨਾ, ਟੌਪ ਕਰਨਾ, ਇਹ ਮਾਊਸ ਦੀ ਸੀ। ਸੋ ਇਹਦੇ 'ਚ ਕੀ ਹੈ ਦੋ ਤਰ੍ਹਾਂ ਦੀਆਂ ਮੋਸ਼ਨ ਸੀਗੇ, ਇੱਕ ਹੌਰੀਜ਼ੌਨਟਲ ਮੋਸ਼ਨ ਸੀਗਾ, ਇੱਕ ਵਰਟੀਕਲ ਮੋਸ਼ਨ ਸੀਗਾ। ਇਸੇ ਮੋਸ਼ਨ ਦੇ ਕੰਸੈਪਟ ਨੂੰ ਯੂਜ਼ ਕਰਕੇ ਉਹਨਾਂ ਨੇ ਕੀ ਹੈ ਇਹਦਾ ਵਰਕਿੰਗ ਪ੍ਰਿੰਸੀਪਲ ਬਣਿਆ ਮਾਊਸ ਦਾ। ਤਾਂ ਮਾਊਸ ਜਿਹੜੇ ਸੀਗੇ, ਮਾਊਸ ਦੋ ਤਰ੍ਹਾਂ ਦੇ ਮਾਊਸ ਜ਼ਿਆਦਾ ਕਾਮਨਲੀ ਯੂਜ਼ ਕੀਤੇ ਜਾਂਦੇ ਹੈਗੇ ਆ। ਵਨ ਇਜ਼ ਆਪਟੋ ਮਕੈਨੀਕਲ ਐਂਡ ਸੈਕੰਡ ਇਜ਼ ਆਪਟੀਕਲ ਮਾਊਸ। ਜਿਹੜੇ ਕਿ ਤੁਸੀਂ ਅੱਜ ਕੱਲ੍ਹ ਯੂਜ਼ ਕਰ ਰਹੇ ਆ ਇਹ ਆਪਟੀਕਲ ਮਾਊਸ ਯੂਜ਼ ਕਰ ਰਹੇ ਆ। ਅੱਜ ਕੱਲ੍ਹ ਜਿਹੜੇ ਯੂਜ਼ ਕਰ ਰਹੇ ਆ ਆਪਟਿਕ ਮਾਊਸ। ਪਹਿਲਾਂ ਹੁੰਦੇ ਸੀ ਆਪਟੋ ਮਕੈਨੀਕਲ। ਆਪਟੋ ਮਕੈਨੀਕਲ ਦਾ ਮਤਲਬ ਕਿ ਇਹਦੇ 'ਚ ਕੁਛ ਮੂਵਿੰਗ ਪਾਰਟ ਵੀ ਹੁੰਦੇ ਸੀਗੇ। ਸਭ ਤੋਂ ਪਹਿਲਾਂ ਮੈਂ ਆਪਟੋ ਮਕੈਨੀਕਲ ਮਾਊਸ ਦੀ ਗੱਲ ਕਰਦਾ ਹੈਗਾ। ਜਿਹੜਾ ਇਹ ਮਾਊਸ ਆ ਤੁਹਾਨੂੰ ਮੈਂ ਦਿਖਾ ਰਿਹਾ, ਜਿਹੜਾ ਇਹ ਮਾਊਸ ਹੈ ਇਹਦੇ ਨੀਚੇ ਲਾਈਟ ਹੈਗੀ ਹੈ, ਇਹ ਤੁਹਾਡਾ ਆਪਟੀਕਲ ਮਾਊਸ ਹੈ। ਇਹਦੇ 'ਚ ਕੀ ਜਦੋਂ ਤੁਸੀਂ ਕਲਿੱਕ ਕਰਦੇ ਹੋ ਕੀ ਹੁੰਦਾ ਹੈਗਾ, ਇੱਥੋਂ ਲਾਈਟ ਆਉਂਦੀ ਹੈਗੀ, ਇਸ ਜਗ੍ਹਾ ਤੇ ਲਾਈਟ ਹੁੰਦੀ ਹੈ। ਤੁਸੀਂ ਦੇਖਿਆ ਜਦੋਂ ਤੁਸੀਂ ਚਲਾ ਰਹੇ ਹੁੰਦੇ ਹੈਗੇ ਆ, ਕਿਉਂਕਿ ਇਹ ਤਾਂ ਕਨੈਕਟਡ ਨਹੀਂ ਹੈ, ਇਸ ਜਗ੍ਹਾ ਤੇ ਰੈੱਡ ਕਲਰ ਦੀ ਲਾਈਟ ਹੋਏਗੀ। ਪਰ ਜਿਹੜੇ ਆਪਟੋ ਮਕੈਨੀਕਲ ਮਾਊਸ ਸੀਗੇ ਉਹਦੇ 'ਚ ਬੇਸਿਕਲੀ ਕੀ ਸੀਗਾ, ਹੁਣ ਤੁਹਾਡੇ ਮਾਊਸ 'ਚ ਕੀ ਹੁੰਦਾ ਹੈਗਾ, ਜੇ ਮਾਊਸ ਦੇ ਪਾਰਟਸ ਦੀ ਗੱਲ ਕਰੀਏ ਤਾਂ ਮਾਊਸ ਦੇ ਤਿੰਨ ਤਿੰਨ ਦੇ ਇੱਕ ਲੈਫਟ ਬਟਨ ਹੁੰਦਾ ਹੈਗਾ, ਇੱਕ ਰਾਈਟ ਬਟਨ ਹੁੰਦਾ ਹੈਗਾ, ਤੇ ਇੱਕ ਤੁਹਾਡਾ ਸਕਰੋਲ ਹੁੰਦਾ ਹੈਗਾ। ਸਕਰੋਲ ਕਾਹਦੇ ਵਾਸਤੇ ਹੁੰਦਾ ਹੈਗਾ? ਮੂਵਮੈਂਟ ਵਾਸਤੇ, ਇਹਦੀ ਮੂਵਮੈਂਟ। ਇਹ ਕੀ ਹੁੰਦਾ ਹੈਗਾ, ਸਕਰੀਨ ਨੂੰ ਤੁਸੀਂ ਅਪ ਡਾਊਨ ਕਰਨਾ, ਉਹਦੇ ਵਾਸਤੇ ਸਕਰੋਲਿੰਗ ਵਾਸਤੇ। ਸੋ ਮਾਊਸ ਦੇ ਤਿੰਨ ਬਟਨ ਹੁੰਦੇ ਹੈਗੇ ਆ, ਕਿਹੜੇ ਹੁੰਦੇ ਆ? ਲੈਫਟ ਬਟਨ, ਲੈਫਟ, ਰਾਈਟ ਐਂਡ ਸਕਰੋਲ। ਤਿੰਨ ਤਰ੍ਹਾਂ ਦੇ ਕੀ ਹੈ ਇਹਦੇ ਬਟਨਸ ਹੁੰਦੇ ਹੈਗੇ ਹਰੇਕ ਮਾਊਸ ਦੇ। ਇਹਦੇ ਨਾਲ ਕੀ ਹੈ, ਲੈਫਟ ਨਾਲ ਕੀ ਹੈ, ਲੈਫਟ ਬਟਨ ਨਾਲ ਤੁਸੀਂ ਕੀ ਹੈ
ਕੁਛ ਨਾ ਕੁਛ ਆਪਸ਼ਨਸ ਚੂਜ਼ ਕਰ ਸਕਦੇ ਹਾਂ। ਰਾਈਟ ਦੇ ਨਾਲ ਕਲਿਕਿੰਗ ਕਰਦੇ ਹਾਂ ਤੁਸੀਂ, ਤੇ ਸਕਰੋਲ ਦੇ ਨਾਲ ਕੀ ਸਕਰੀਨ ਦੀ ਮੂਵਮੈਂਟ ਅਪ ਡਾਊਨ ਕਰਦੇ ਹੈਗੇ ਆ। ਸੋ ਆਪਾਂ ਹੁਣ ਸਭ ਤੋਂ ਪਹਿਲਾਂ ਕੀ ਆਪਟੋ ਮਕੈਨੀਕਲ ਮਾਊਸ ਜਿਹੜਾ ਸੀ, ਆਪਟੋ ਮਕੈਨੀਕਲ ਮਾਊਸ ਕੀ ਸੀਗਾ? ਆਪਟੋ ਮਕੈਨੀਕਲ ਮਾਊਸ ਦੇ ਵਿੱਚ ਬੇਸਿਕਲੀ ਕੀ ਸੀਗਾ, ਜੋ ਜੋ ਡਾਊਨ ਵਾਲਾ ਪੋਰਸ਼ਨ ਸੀਗਾ, ਦਿਸ ਵਨ ਪੋਰਸ਼ਨ, ਇਹ ਤਾਂ ਹੁਣ ਬੰਦ ਹੈਗਾ। ਅਦਰਵਾਈਜ਼ ਜਿਹੜੇ ਤੁਹਾਨੂੰ, ਜੇ ਮੇਰੇ ਕੋਲ ਹੋਇਆ ਤੁਹਾਨੂੰ ਦਿਖਾਵਾਂਗਾ ਮਾਊਸ ਪੁਰਾਣਾ ਮਿਲਿਆ ਤਾਂ, ਇਹਦੇ 'ਚ ਕੀ ਹੁੰਦਾ ਸੀ, ਇੱਕ ਬਾਲ ਹੁੰਦੀ ਸੀ ਨੀਚੇ। ਤੁਹਾਨੂੰ ਮੈਂ ਪਹਿਲਾਂ ਦੱਸਿਆ ਦੋ ਤਰ੍ਹਾਂ ਦੀ ਮੂਵਮੈਂਟਸ ਹੈਗੀਆਂ। ਸੋ ਇਹਦੇ 'ਚ ਕੀ ਹੈ, ਆਪਟੋ ਮਕੈਨੀਕਲ 'ਚ ਇੱਕ ਪਲਾਸਟਿਕ ਦੀ ਬਾਲ ਹੁੰਦੀ ਸੀਗੀ, ਰਾਊਂਡ ਸ਼ੇਪ ਦੀ ਬਾਲ ਹੁੰਦੀ ਸੀ, ਸਫੈਰੀਕਲ ਬਾਲ ਸੀ। ਦੈਨ ਇਹਦੇ 'ਚ ਕੀ ਹੈ, ਟੂ ਰੋਲਰ ਸੀਗੇ, ਦੂਜਾ ਇਹਦਾ ਪਾਰਟ ਸੀ ਟੂ ਰੋਲਰਸ। ਰੋਲਰ ਕਿਸ ਤਰ੍ਹਾਂ ਪਲੇਸਿੰਗ ਹੁੰਦੀ ਸੀਗੀ, ਇੱਕ ਰੋਲਰ ਇਸ ਤਰ੍ਹਾਂ ਹੁੰਦਾ ਸੀਗਾ, ਇੱਕ ਰੋਲਰ ਮੂਵ ਕਰਦਾ, ਤੇ ਇਨ ਬਿਟਵੀਨ ਕੀ ਹੈ, ਇੱਥੇ ਬਾਲ ਹੁੰਦੀ ਸੀ। ਇਹ ਜਿਹੜਾ ਇਹਦੀ ਮੂਵਮੈਂਟ ਕਰਦਾ ਸੀ, ਇਹ ਵਾਲੀ ਮੂਵਮੈਂਟ ਹੁੰਦੀ ਸੀਗੀ ਲੈਫਟ ਟੂ ਰਾਈਟ ਮੂਵਮੈਂਟ ਹੁੰਦੀ ਸੀ, ਇਹ ਅਪ ਡਾਊਨ ਮੂਵਮੈਂਟ ਹੁੰਦੀ ਸੀ। ਇਸ ਜਦੋਂ ਜਦੋਂ ਬਾਲ ਘੁੰਮਦੀ ਸੀਗੀ, ਜਦੋਂ ਆਪਾਂ ਬਾਲ ਇਦਾਂ ਸਰਫੇਸ 'ਤੇ ਮੂਵ ਕਰਦੇ ਸੀ, ਤਾਂ ਜੇ ਤੁਸੀਂ ਇਦਾਂ ਸਰਫੇਸ ਕਰਦੇ ਸੀ ਤਾਂ ਇਹ ਵਾਲੀ ਬਾਲ ਮੂਵ ਕਰਦੀ ਸੀਗੀ, ਇੱਕ ਹੌਰੀਜ਼ੌਨਟਲ ਵਾਸਤੇ, ਇੱਕ ਵਰਟੀਕਲ ਵਾਸਤੇ। ਇਹ ਜਿਹੜੇ ਨਾ ਕੀ ਹੈ, ਥੀਸ ਆਰ ਰੋਲਰਸ। ਇਹ ਰੋਲਰਸ ਕੀ ਹੈ, ਇਹ ਮੂਵ ਕਰਦੇ ਸੀਗੇ, ਜਦੋਂ ਇਹ ਘੁਮਾਉਂਦੇ ਸੀਗੇ, ਇਹ ਰੋਲਰ ਵੀ ਘੁੰਮਦੇ ਸੀ ਇਦਾਂ ਕਰਕੇ, ਘੁੰਮਣ ਵਾਲੇ ਰੋਲਰ ਸੀਗੇ। ਸੋ ਜਦੋਂ ਬਾਲ ਘੁੰਮੇਗੀ ਤਾਂ ਨੈਚੁਰਲੀ ਰੋਲਰ ਘੁੰਮੇਗੀ। ਸੋ ਜਦੋਂ ਰੋਲਰ ਘੁੰਮਦੇ ਸੀਗੇ ਤਾਂ ਅੱਗੇ ਕੀ ਹੈ, ਜਿਹੜੇ ਰੋਲਰ ਹੁੰਦੇ ਸੀਗੇ ਇੱਕ ਸ਼ਾਫਟ ਦੇ ਨਾਲ ਕਨੈਕਟਡ ਹੁੰਦੇ ਸੀਗੇ। ਕਿਹਦੇ ਨਾਲ ਕਨੈਕਟਡ ਹੁੰਦੇ ਸੀਗੇ, ਇੱਕ ਸ਼ਾਫਟ ਹੁੰਦੀ ਸੀਗੀ, ਜਿਹੜੀ ਸ਼ਾਫਟ ਹੁੰਦੀ ਸੀ ਉਦੋਂ ਇੱਕ ਡਿਸਕ ਦੇ ਨਾਲ ਕਨੈਕਟਡ ਹੁੰਦੀ ਹੈਗੀ। ਡਿਸਕ ਹੁੰਦੀ ਸੀ, ਡਿਸਕ, ਰਾਊਂਡ ਡਿਸਕ ਹੁੰਦੀ ਸੀ, ਤੇ ਜਿਹੜੀ ਡਿਸਕ ਦੇ ਵਿੱਚ ਕੀ ਹੈ 36 ਹੋਲਸ ਹੁੰਦੇ ਸੀਗੇ। ਜਿਹੜੀ ਡਿਸਕ ਹੁੰਦੀ ਸੀਗੀ, ਡਿਸਕ ਇਦਾਂ ਦੀ ਸੀਗੀ, ਜਿਵੇਂ ਆਪਾਂ ਡਿਸਕ ਬਣਾ ਦਈਏ, ਇਹਦੇ 'ਚ ਕੀ ਆ, ਆਪਾਂ ਕੀ ਇਹਦੇ ਇਦਾਂ ਹੋਲ ਬਣਾ ਦਈਏ, ਆਹ ਹੋਲਸ ਹੋ ਗਏ ਸਾਰੇ ਪਾਸੇ। ਸੋ ਜਦੋਂ ਆਪਾਂ ਮੂਵ ਕਰਦੇ ਸੀ ਤਾਂ ਹੋਲਸ ਦੇ ਵਿੱਚੋਂ ਕੀ ਹੈ, ਲਾਈਟ ਇੱਕ ਤਰ੍ਹਾਂ ਨਾਲ ਕੀ ਹੈ, ਜਦੋਂ ਆਪਾਂ ਦੇਖ ਲਓ, ਆਪਾਂ ਕੋਈ ਚੀਜ਼ ਨੂੰ ਮੂਵ ਕਰੀਏ, ਉਹਦੇ ਵਿੱਚ ਦੀ ਲਾਈਟ ਆ ਰਹੀ ਹੈ, ਜਦੋਂ ਹੋਲ ਹੈ ਉਦੋਂ ਲਾਈਟ ਆ ਰਹੀ ਹੈ, ਜਦੋਂ ਨਹੀਂ ਆ ਰਹੀ, ਜਦੋਂ ਆਪਾਂ ਨਹੀਂ ਜਦੋਂ ਸਪੇਸ ਆ ਜਾਂਦਾ ਹੈਗਾ ਉਦੋਂ ਨਹੀਂ ਆਉਂਦੀ ਹੈਗੀ ਹੈ। ਸੋ ਠੀਕ ਹੈ, ਹੋਲ ਵਾਲੀ ਜਗ੍ਹਾ ਤੇ ਲਾਈਟ ਸੀ। ਸੋ ਕੀ ਸੀਗਾ, ਇੱਕ ਇਹਦੇ 'ਚ ਕੀ ਹੁੰਦਾ ਸੀ, ਇਨਫਰਾਰੈਡ ਐਲਈਡੀ ਹੁੰਦਾ ਸੀ, ਇਨਫਰਾਰੈਡ ਐਲਈਡੀ, ਇਨਫਰਾਰੈਡ ਐਂਡ ਲੇਜ਼ਰ। ਹੁਣ ਬੇਸਿਕਲੀ ਮੈਂ ਤੁਹਾਨੂੰ ਕੀ ਦੱਸ ਰਿਹਾ ਵੀ ਤੁਹਾਡਾ ਕਰਸਰ ਨੂੰ ਕਿਵੇਂ ਪਤਾ ਲੱਗਦਾ ਹੈਗਾ, ਤੇ ਸਿਸਟਮ ਨੂੰ ਕਿਵੇਂ ਪਤਾ ਲੱਗਦਾ ਕਿਹੜੀ ਪੋਜੀਸ਼ਨ ਤੇ ਕਰਸਰ ਪਹੁੰਚ ਗਿਆ, ਤੇ ਕਿਹੜਾ ਜਾ ਕੇ ਕਲਿੱਕ ਕਰਕੇ ਕਿਹੜਾ ਓਪਨ ਆਉਣਾ ਹੈਗਾ। ਉਹਦੇ 'ਚ ਕੀ ਆ, ਜਿਹੜਾ ਬਾਲ ਹੁੰਦੀ ਸੀ ਰੋਲਰ ਨੂੰ ਮੂਵ ਕਰਦੀ ਸੀ, ਜੋ ਰੋਲਰ ਮੂਵ ਕਰਦੇ ਸੀਗੇ ਪਤਾ ਲੱਗ ਜਾਂਦਾ ਇਹ ਕਿਹੜੀ ਸਾਈਡ ਤੇ ਹੋਈ ਆ। ਉਹ ਸ਼ਾਫਟ ਦੇ ਨਾਲ ਕਨੈਕਟਡ ਸੀ, ਸ਼ਾਫਟ ਡਿਸਕ ਦੇ ਨਾਲ ਕਨੈਕਟਡ ਸੀ। ਡਿਸਕ ਦੇ ਉੱਪਰੋਂ ਕੀ ਆ, ਐਲਈਡੀ ਲਾਈਟ ਸੀਗੀ। ਜਿਹੜੀ ਜਗ੍ਹਾ ਜਦੋਂ ਆਪਾਂ ਲਾਈਟ, ਤੁਸੀਂ ਦੇਖੋ ਜੋ ਲਾਈਟ ਤੁਸੀਂ ਇਦਾਂ ਕਰਕੇ ਫਾਲ ਕਰੋਗੇ ਲਾਈਟ, ਤੇ ਜਿੱਥੇ ਤਾਂ ਵਿੰਡੋ ਸੀਗੀ, ਜਿੱਥੇ ਤਾਂ ਇਹਦੇ ਹੋਲ ਸੀਗਾ, ਉਹਦੇ ਵਿੱਚ ਦੀ ਲਾਈਟ ਪਾਸ ਕਰਦੀ ਸੀ, ਬਾਕੀ ਜਗ੍ਹਾ ਪਾਸ ਨਹੀਂ ਕਰਦੀ ਸੀ। ਸੋ ਉਹਦੇ ਅਕੋਰਡਿੰਗ ਲਿਖੀ ਜਿਹੜੀ ਇਨਫਰਾਰੈਡ ਲਾਈਟ ਹੁੰਦੀ ਸੀਗੀ, ਜਿਹੜਾ ਲੇਜ਼ਰ ਡਿਟੈਕਟ ਕਰਦਾ ਸੀਗਾ ਵੀ ਜਿੰਨੀਆਂ ਮੂਵਮੈਂਟਸ ਹੋਈਆਂ ਹੈਗੀਆਂ ਓਨੀ ਵਾਰ ਜਿਹੜੀ ਲਾਈਟ ਹੈਗੀ ਹੈ ਬਾਉਂਸ ਬੈਕ ਹੋਈ ਸੀਗੀ, ਓਨੀ ਵਾਰ ਕੀ ਹੁੰਦਾ ਸੀਗਾ, ਲਾਈਟ ਕੱਟ ਹੋ ਜਾਂਦੀ ਸੀ, ਫਿਰ ਆ ਜਾਂਦੀ ਸੀ, ਕੱਟ ਹੋ ਜਾਂਦੀ ਸੀ, ਲਾਈਟ ਆ ਜਾਂਦੀ ਸੀ। ਸੋ ਇਹ ਜਿਹੜੀਆਂ ਮੂਵਮੈਂਟਸ ਸੀਗੀਆਂ, ਇਹਨੂੰ ਕਾਹਦੇ 'ਚ, ਇਹਦੇ ਅੱਗੇ ਇੱਕ ਪ੍ਰੋਸੈਸਰ ਹੁੰਦਾ, ਔਨ ਬੋਰਡ ਪ੍ਰੋਸੈਸਰ ਚਿਪ ਹੁੰਦੀ ਸੀ, ਔਨ ਬੋਰਡ ਪ੍ਰੋਸੈਸਰ ਚਿਪ, ਜਿਹੜੀ ਕੀ ਕਰਦੀ ਸੀ, ਜਿਹੜੀਆਂ ਪਲਸਿਸ ਹੁੰਦੀਆਂ ਸੀ, ਰੀਡ ਪਲਸਿਸ ਫਰੋਮ ਸੈਂਸਰ, ਤੇ ਉਹਨੂੰ ਕਨਵਰਟ ਕਰ ਦਿੰਦੀ ਕਾਹਦੇ 'ਚ, 0 ਐਂਡ 1 ਦੇ ਵਿੱਚ, ਤੇ ਕੰਪਿਊਟਰ ਨੂੰ ਸੈਂਡ ਕਰ ਦਿੰਦੀ ਜੀ। ਸੋ ਇੱਕ ਮੈਂ ਦੁਬਾਰਾ ਇੱਕ ਰਿਵਾਈਜ਼ ਕਰ ਦੇਣਾ, ਇੱਕ ਬਾਲ ਸੀ, ਬਾਲ ਦੇ ਨਾਲ ਦੋ ਰੋਲਰ ਲੱਗੇ ਹੋਏ ਸੀਗੇ, ਇੱਕ ਹੌਰੀਜ਼ੌਨਟਲੀ ਸੀਗਾ, ਇੱਕ ਵਰਟੀਕਲੀ, ਕਿਉਂਕਿ ਤੁਹਾਡਾ ਜਿਹੜਾ ਕਰਸਰ ਆ ਤੁਸੀਂ ਜਾਂ ਤਾਂ ਉੱਪਰ ਮੂਵ ਕਰਦੇ ਆ ਜਾਂ ਲੈਫਟ ਰਾਈਟ ਕਰਦੇ ਹੈਗੇ। ਜਦੋਂ ਰੋਲਰ ਮੂਵ ਕਰਦੇ ਸੀਗੇ, ਇਹ ਰੋਲਰ ਇੱਕ ਸ਼ਾਫਟ ਨਾਲ ਕਨੈਕਟਡ ਸੀਗੇ, ਜਿਹੜੀ ਦੇ ਨਾਲ ਡਿਸਕਨੈਕਟਡ ਸੀਗੀ, ਇਦਾਂ ਦੀ ਡਿਸਕ। ਡਿਸਕ ਦੇ ਵਿੱਚ ਕੀ ਹੈ,
ਉੱਪਰ LED ਲੱਗਿਆ ਹੋਇਆ ਸੀ, ਜਿਹੜਾ LED ਲਾਈਟ ਜਾਂਦੀ ਸੀਗੀ, ਤੇ ਨੀਚੇ ਸੀਗਾ ਸੈਂਸਰ। ਲੇਜ਼ਰ ਲਿਖਤਾ ਮੈਂ ਤੁਹਾਨੂੰ ਇੱਥੇ, ਐਕਚੁਅਲੀ ਕੀ ਹੈ, ਇਟ ਇਜ਼ ਸੈਂਸਰ। ਇਨਫਰਾ LED ਹੁੰਦਾ ਸੀਗਾ ਤੇ ਇੱਕ ਸੈਂਸਰ ਹੁੰਦਾ ਸੀ। ਸੈਂਸਰ ਦਾ ਕੰਮ ਕੀ ਹੈਗਾ, ਜਦੋਂ ਵੀ ਲਾਈਟ ਆਉਂਦੀ ਉਹਨੂੰ ਸੈਂਸ ਕਰਦਾ ਸੀਗਾ। ਸੋ ਜਿੰਨੀ ਵਾਰ ਲਾਈਟ ਆਉਂਦੀ ਸੀਗੀ, ਉਹ ਪ੍ਰੋਸੈਸਰ ਨੂੰ ਚਲੀ ਜਾਂਦੀ ਸੀਗੀ, ਕਿੱਥੋਂ, ਸੈਂਸਰ ਕੀ ਹੈ, ਲਾਈਟ ਨੂੰ ਡਿਟੈਕਟ ਕਰਦਾ ਸੀਗਾ। ਜਿੰਨੀਆਂ ਪਲਸਿਸ ਆਉਂਦੀਆਂ ਸੀਗੀਆਂ, ਪਲਸਿਸ ਦੇ ਅਕੋਰਡਿੰਗਲੀ ਕੀ ਹੈ, ਸੈਂਸਰ ਤੋਂ ਜਿਹੜੀਆਂ ਪਲਸਿਸ ਆਉਂਦੀਆਂ ਸੀਗੀਆਂ, ਉਹ ਸਾਰੀਆਂ ਪ੍ਰੋਸੈਸਰ ਕਨਵਰਟ ਕਾਹਦੇ 'ਚ ਕਰ ਦਿੰਦਾ ਸੀ, 0 ਐਂਡ 1 ਦੇ ਵਿੱਚ। ਤੇ ਤੁਹਾਨੂੰ ਐਗਜ਼ੈਕਟ ਪੋਜੀਸ਼ਨ ਪਤਾ ਲੱਗ ਜਾਂਦੀ ਕਿਹੜੀ ਜਗ੍ਹਾ ਤੇ ਜਾ ਕੇ ਮਾਊਸ ਕਿੱਥੇ ਤੁਸੀਂ ਮੂਵ ਕੀਤਾ ਹੈਗਾ, ਉਹ ਜਗ੍ਹਾ ਸਿਸਟਮ ਨੂੰ ਪਤਾ ਲੱਗ ਜਾਂਦਾ ਜੀ। ਸੋ ਇਸ ਵੇ ਨਾਲ ਕੀ ਹੈ, ਸਿਸਟਮ ਦੀ ਕੀ ਹੈ, ਤੁਹਾਡਾ ਜਿਹੜਾ ਮਾਊਸ ਹੈ ਉਹਦੀ ਐਗਜ਼ੈਕਟ ਕਰਸਰ ਦੀ ਐਗਜ਼ੈਕਟ ਪੋਜੀਸ਼ਨ ਪਤਾ ਲੱਗ ਜਾਂਦੀ ਸੀ। ਸੋ ਇਹ ਹੈਗਾ ਆਪਟੋ ਮਕੈਨੀਕਲ ਜਿਹ 'ਚ ਕੀ, ਇਹਦੇ 'ਚ ਪਰ ਪ੍ਰੋਬਲਮ ਇਹ ਸੀਗੀ, ਇਹਦੇ 'ਚ ਕਿਉਂਕਿ ਮੂਵਿੰਗ ਬਾਲ ਸੀਗੀ, ਫਿਰ ਇਹਦੇ 'ਚ ਕੀ ਹੈ, ਡਸਟ ਪੈ ਜਾਂਦੀ ਸੀ, ਡਸਟ ਦੇ ਨਾਲ ਰੋਲਰ ਦੇ ਉੱਪਰ ਡਸਟ ਜੰਮ ਜਾਂਦੀ ਸੀ, ਤੇ ਇਹ ਮਾਊਸ ਹੌਲੀ ਹੌਲੀ ਕੀ ਹੈ, ਐਗਜ਼ੈਕਟ ਪੋਜੀਸ਼ਨ ਦੇਣਾ ਬੰਦ ਕਰ ਦਿੰਦੇ ਸੀ। ਤੁਸੀਂ ਮਾਊਸ ਮੂਵ ਕਰਦੇ ਸੀ, ਪ੍ਰੋਪਰ ਮੂਵ ਨਹੀਂ ਕਰਦਾ ਸੀ। ਸੋ ਇਹਦੇ 'ਚ ਪ੍ਰੋਬਲਮ ਸੀ, ਇਸ ਕਰਕੇ ਇਹ ਅੱਜ ਕੱਲ੍ਹ ਮਾਊਸ ਯੂਜ਼ ਨਹੀਂ ਕਰਦੇ ਹੈਗੇ ਆ। ਸੋ ਇਹਦੀ ਜਗ੍ਹਾ ਅੱਜ ਕੱਲ੍ਹ ਜਿਹੜੇ ਮਾਊਸ ਯੂਜ਼ ਕਰਦੇ ਹੈਗੇ ਆ, ਉਹ ਜਿਹੜੇ ਮਾਊਸ ਹੈ, these are these are optical mouse. ਸੋ ਆਪਟੀਕਲ ਮਾਊਸ ਦਾ ਥੋੜਾ ਡਿਫਰੈਂਟ ਕੰਸੈਪਟ ਹੈ। ਸਿਰਫ ਇੰਨਾ ਹੀ ਆ, ਦੇਖ ਲਓ ਉਹਦੇ 'ਚ ਕੀ ਬਾਲ ਮੂਵ ਕਰਦੀ ਸੀਗੀ ਤੇ ਲਾਈਟ ਹੁੰਦੀ, ਇਹਦੇ ਸਿੱਧਾ ਕੀ ਹੈ, ਇੱਕ ਲੇਜ਼ਰ ਹੈ, ਇਹ ਵਾਲਾ ਲੇਜ਼ਰ ਹੈ, ਨੀਚੇ ਦਿਖਾ ਰਿਹਾ ਜਿਹੜਾ ਲੇਜ਼ਰ ਹੈ, ਜਦੋਂ ਤੁਸੀਂ ਇਦਾਂ ਮੂਵ ਕਰੋਗੇ ਤਾਂ ਲੇਜ਼ਰ ਦੀ ਲਾਈਟ ਇੱਥੋਂ ਜਿਹੜੀ ਨਿਕਲੇਗੀ, ਉਹ ਸਰਫੇਸ ਦੇ ਉੱਪਰ ਕੀ ਹੈ, ਸਟ੍ਰਾਈਕ ਕਰੇਗੀ। ਬੇਸਿਕਲੀ ਇਹ 'ਚ ਰਿਫਲੈਕਸ਼ਨ ਦਾ ਕੰਸੈਪਟ ਹੈਗਾ। ਜੋ ਤੁਸੀਂ ਇਦਾਂ ਮੈਂ ਮੂਵ ਕਰਾਂਗਾ, ਜਿਹੜੀ ਇੱਥੋਂ ਜਿਹੜੀ ਇਹਦੇ 'ਚ ਲਾਈਟ ਜਾ ਰਹੀ ਹੈਗੀ ਆ, ਲਾਈਟ ਨੀਚੇ ਪੈ ਰਹੀ ਹੈ, ਉਹ ਵੀ ਮੂਵ ਕਰ ਰਹੀ ਹੈ ਨਾਲ ਨਾਲ, ਉਹ ਵਾਰ-ਵਾਰ ਕੀ ਰਿਫਲੈਕਟ ਹੋ ਰਹੀ ਹੈ, ਇਦਾਂ ਕਰਕੇ ਰਿਫਲੈਕਟ ਹੋਣੀ ਹੈਗੀ ਆ। ਸੋ ਇਹਦੇ 'ਚ ਕੀ ਹੈ, ਆਪਟੀਕਲ ਮਾਊਸ ਇਹ 1999 'ਚ ਆਏ ਸੀ। ਇਹਦੇ 'ਚ ਕੀ ਹੈ, ਸਮਾਲ LED ਯੂਜ਼ ਕਰਦੇ ਆ, ਲਾਈਟ ਇਮਿਟਿੰਗ ਡਾਇਡ। ਇੱਕ ਇਹਦੇ 'ਚ ਸੀਮੋਸ ਸੈਂਸਰ ਹੁੰਦਾ ਹੈਗਾ, ਸੀਮੋਸ ਸੈਂਸਰ। ਹੁਣ ਜੋ ਲਾਈਟ ਸਰਫੇਸ 'ਤੇ ਪੈਂਦੀ, ਉਸ ਤੋਂ ਬਾਅਦ ਰਿਫਲੈਕਟ ਬੈਕ ਹੁੰਦੀ ਹੈਗੀ ਆ। ਹੁਣ ਦੇਖੋ, ਜੋ ਲਾਈਟ ਇੱਥੋਂ ਨਿਕਲੇਗੀ, ਨੀਚੇ ਸਰਫੇਸ 'ਤੇ ਪਏਗੀ, ਉਸ ਤੋਂ ਬਾਅਦ ਵਾਪਸ ਆਏਗੀ, ਵਾਪਸ ਕਰਨ ਲਈ ਵੀ ਕੀ ਹੈ, ਸੈਂਸਰ ਹੁੰਦਾ। ਮੀਨਸ ਕੀ ਹੈ, ਇਹ ਲਾਈਟ ਫਾਲ ਹੋਈ, ਆਹ LED ਹੈ, ਇਹ ਲਾਈਟ ਫਾਲ ਹੋਈ, ਫਿਰ ਇਸ ਤੋਂ ਬਾਅਦ ਲਾਈਟ ਫਾਲ ਹੋ ਕੇ ਉੱਪਰ ਗਈ, ਇੱਥੇ ਸੈਂਸਰ ਆ, ਸੀਮੋਸ ਸੈਂਸਰ। ਇਹਨੇ ਕੀ ਹੈ, ਡਿਟੈਕਟ ਕਰ ਲੈਣਾ ਹੈਗਾ, ਜਿਹੜੀ ਲਾਈਟ ਹੈਗੀ ਆ ਜਦੋਂ ਫਾਲ ਕਰਦੀ ਹੈ ਤੇ ਫਿਰ ਰਿਫਲੈਕਟ ਬੈਕ ਹੁੰਦੀ ਹੈ, ਜਿਹੜਾ ਸੈਂਸਰ ਨੇ ਸੈਂਸ ਕਰ ਲੈਣਾ ਹੈਗਾ। ਉਸ ਤੋਂ ਬਾਅਦ ਕੀ ਹੈ, ਡਿਜੀਟਲ ਸਿਗਨਲ ਪ੍ਰੋਸੈਸਰ ਹੁੰਦਾ ਹੈਗਾ, ਡਿਜੀਟਲ ਸਿਗਨਲ ਪ੍ਰੋਸੈਸਰ, ਉਹਨੂੰ ਆਪਾਂ DSP ਕਹਿ ਦਿੰਦੇ ਹਾਂ, ਡਿਜੀਟਲ ਸਿਗਨਲ ਪ੍ਰੋਸੈਸਰ। ਉਹ ਕੀ ਕਰਦਾ ਹੈਗਾ, ਇਹ ਡਿਟੈਕਟ ਕਰਦਾ ਹੈਗਾ ਵੀ ਕਿੰਨਾ ਪੈਟਰਨ ਚੇਂਜ ਹੋਇਆ ਹੈਗਾ, ਕਿਉਂਕਿ ਵਾਰ-ਵਾਰ ਤੁਸੀਂ ਮੂਵ ਕਰੋਗੇ ਤੇ ਨੈਚੁਰਲੀ ਰਿਫਲੈਕਸ਼ਨਾਂ ਚੇਂਜ ਹੋਣਗੀਆਂ, ਜੋ ਰਿਫਲੈਕਸ਼ਨਾਂ ਚੇਂਜ ਹੋਣਗੀਆਂ ਤਾਂ ਪੈਟਰਨ ਚੇਂਜ ਹੋਣਗੇ, ਤਾਂ ਕੀ ਕਰੇਗਾ, ਡਿਟੈਕਟ ਪੈਟਰਨਸ ਆਫ ਰਿਫਲੈਕਸ਼ਨਸ। ਜਿੰਨੀ ਵਾਰ ਰਿਫਲੈਕਸ਼ਨ ਹੋਈ, ਉਹਦੇ ਜਿਹੜੇ ਡਿਫਰੈਂਟ ਪੈਟਰਨ ਬਣਨਗੇ, ਉਸ ਪੈਟਰਨ ਨੂੰ ਕੀ ਹੈ, ਇਹ ਡਿਟੈਕਟ ਕਰੇਗਾ, ਤੇ ਜਿਹਦੀ ਵਜ੍ਹਾ ਨਾਲ ਜਿੱਥੋਂ ਇਹਨੂੰ ਪਤਾ ਲੱਗ ਜਾਏਗਾ ਕਿਹੜੀ, ਜਿਵੇਂ ਬਾਕੀ ਕੰਸੈਪਟ ਸੇਮ ਹੀ ਹੋ ਗਿਆ, ਜਦੋਂ ਇਹਨੂੰ ਵੀ ਪਤਾ ਲੱਗਿਆ ਕਿੰਨੀ ਵਾਰ ਮੂਵਮੈਂਟ ਹੋਈ ਹੈ, ਕਿੰਨੀ ਰਿਫਲੈਕਸ਼ਨ ਹੋਈ ਹੈ, ਉਹਦੇ ਅਕੋਰਡਿੰਗਲੀ ਇਹ ਸੈਂਸ ਕਰ ਲਏਗਾ ਵੀ ਕਿਹੜੀ ਜਗ੍ਹਾ ਤੇ ਹੁਣ ਮਾਊਸ ਦਾ ਕਰਸਰ ਹੈ। ਸੋ ਇਦਾਂ ਮਾਊਸ ਦਾ ਕਰਸਰ ਡਿਟੈਕਟ ਹੁੰਦਾ ਹੈਗਾ। ਇਹਦਾ ਐਡਵਾਂਟੇਜ ਇਹ ਹੈ, ਜਿਹੜੇ ਆਪਟੀਕਲ ਮਾਊਸ ਹੈ, ਆਪਟੀਕਲ ਦਾ ਮਤਲਬ ਲਾਈਟ ਹੈ, ਕਿਉਂਕਿ ਇਹ LED ਲਾਈਟ ਇਮਿਟਿੰਗ ਡਾਇਓਡ ਯੂਜ਼ ਕਰਦਾ ਹੈਗਾ, ਲਾਈਟ ਇਮਿਟਿੰਗ ਡਾਇਓਡ ਯੂਜ਼ ਕਰਦਾ, ਇਸ ਕਰਕੇ ਆਪਟੀਕਲ ਮਾਊਸ ਮੀਨਸ ਕੀ ਹੈ, ਇਹ ਲਾਈਟ ਯੂਜ਼ ਕਰਦਾ ਹੈਗਾ, ਫਿਜ਼ੀਕਲ ਪਾਰਟ ਨਹੀਂ ਇਹਦੇ। ਸੋ ਇਹਦੇ 'ਚ ਕੀ ਹੈ, ਇਹਦਾ ਐਡਵਾਂਟੇਜ ਇਹ ਹੈ, ਇਹਦੇ 'ਚ ਨੋ ਮੂਵਿੰਗ ਪਾਰਟਸ। ਸੋ ਇਹਦੇ 'ਚ ਕੀ ਹੈ, ਨੋ ਮੂਵਿੰਗ ਪਾਰਟਸ, ਤੁਸੀਂ ਦੇਖਿਆ ਇਹ 'ਚ ਬਾਲ ਵਗੈਰਾ ਨਹੀਂ ਹੈ, ਨੋ ਮੂਵਿੰਗ ਪਾਰਟਸ। ਸੋ ਇਹਦੀ ਵੀਅਰ ਟੀਅਰ ਘੱਟ ਹੁੰਦੀ ਹੈ, ਇਹਦੀ ਲਾਈਫ ਜ਼ਿਆਦਾ ਹੁੰਦੀ ਹੈਗੀ ਆ, ਤੇ ਡਸਟ ਵੀ ਘੱਟ ਆਉਂਦੀ ਹੈਗੀ ਆ, ਨੋ ਡਸਟ, ਕਿਉਂਕਿ ਇਹਦੇ 'ਚ ਸਾਰਾ ਬੰਦ ਹੁੰਦਾ ਹੈਗਾ, ਨੋ ਡਸਟ। ਦੂਸਰਾ ਕੀ ਹੈ, ਇਹਦੇ ਵਾਸਤੇ ਸਪੈਸ਼ਲ ਸਰਫੇਸ ਨਹੀਂ ਚਾਹੀਦਾ ਹੈਗਾ। ਤੁਸੀਂ ਦੇਖਿਆ ਜਦੋਂ ਤੁਸੀਂ ਮਾਊਸ ਯੂਜ਼ ਕਰਦੇ ਆ ਨਾ, ਜਿਹੜਾ ਆਪਟੀਕਲ ਮਾਊਸ ਹੈ ਕਿਤੇ ਵੀ ਰੱਖ ਲਓ, ਪਰ ਜਿਹੜੇ ਪੁਰਾਣੇ ਮਾਊਸ ਹੁੰਦੇ ਸੀ ਉਹਨਾਂ ਨੂੰ ਤੁਹਾਨੂੰ ਸਪੈਸ਼ਲ ਸਰਫੇਸ 'ਤੇ, ਜਿਵੇਂ ਪਲਾਸਟਿਕ ਦੇ ਮਾਊਸ ਪੈਡ ਹੁੰਦੇ ਸੀਗੇ, ਪਹਿਲਾਂ ਮਾਊਸ ਪੈਡ ਹੁੰਦੇ ਸੀਗੇ, ਪੈਡ ਮਾਊਸ ਪੈਡ 'ਤੇ ਰੱਖ ਕੇ ਚਲਾਉਂਦੇ ਸੀ, ਕਿਉਂਕਿ ਫ੍ਰਿਕਸ਼ਨ ਚਾਹੀਦੀ ਸੀ, ਕਿਉਂਕਿ ਬਾਲ ਤਾਂ ਰੋਲ ਹੋਏਗੀ ਜਿਹਨੂੰ ਫ੍ਰਿਕਸ਼ਨ। ਹੁਣ ਜਿਹੜਾ ਇਹ ਮਾਊਸ ਹੈ,
ਇਹਨੂੰ ਫ੍ਰਿਕਸ਼ਨ ਨਹੀਂ ਚਾਹੀਦੀ ਗੀ, ਇਹ ਤਾਂ ਕਿਉਂਕਿ ਲਾਈਟ ਹੀ ਪੈਣੀ, ਇਹਨੂੰ ਜਿੱਦਾਂ ਮਰਜ਼ੀ ਇੱਦਾਂ ਯੂਜ਼ ਕਰੀ ਚੱਲੋ ਇਹਨੂੰ। ਇਹਨੂੰ ਕਿਸੇ ਵੀ ਸਰਫੇਸ ਤੇ, ਸ਼ਾਈਨੀ ਸਰਫੇਸ ਤੇ ਰੱਖ ਲਓ, ਇਹ ਬੜਾ ਵਧੀਆ ਕੰਮ ਕਰਦਾ ਹੈਗਾ, ਚਾਹੇ ਟੇਬਲ ਤੇ ਯੂਜ਼ ਕਰੋ, ਚਾਹੇ ਗਲਾਸ ਤੇ ਯੂਜ਼ ਕਰੋ, ਸੋ ਇਹਨੂੰ ਯੂਜ਼ ਕਰ ਸਕਦੇ ਹੈਗੇ ਆ। ਸੋ ਲਾਸਟ ਵਨ ਕੀ ਹੈ, ਇਹਦਾ ਇੰਟਰਫੇਸ। ਇਹਦਾ ਇੰਟਰਫੇਸ ਵੀ ਸਿਮਿਲਰ ਹੀ ਹੈ, ਜੋ ਇੰਟਰਫੇਸ ਕੀਬੋਰਡ ਦਾ ਸੀ। ਇੰਟਰਫੇਸ ਇੰਟਰਫੇਸ ਦਾ ਮਤਲਬ ਇਹਦੀ ਕਨੈਕਟੀਵਿਟੀ। ਕਨੈਕਟੀਵਿਟੀ ਇਹਦੀ ਵੀ ਉਹ ਦੋ ਤਰ੍ਹਾਂ ਦੀ ਹੈਗੀ ਆ, ਉਹੀ ਵਾਇਰਡ ਤੇ ਵਾਇਰਲੈਸ। ਜਿਹੜਾ ਵਾਇਰਡ ਹੋਏਗਾ ਉਹਦੇ 'ਚ ਵੀ PS2 ਟਾਈਪ ਹੋਏਗਾ, ਤੇ ਜਾਂ ਦੂਸਰਾ ਹੋਏਗਾ USB ਟਾਈਪ ਹੋਏਗਾ, PS2 ਔਰ USB। ਤੇ ਵਾਇਰਲੈਸ ਜਿਹੜਾ ਹੋਏਗਾ ਦੂਸਰਾ ਕੀ ਹੋਏਗਾ, ਵਾਇਰਲੈਸ, ਉਹ ਸੇਮ ਹੀ ਹੈ। ਸੋ ਇਹਦਾ ਇੰਟਰਫੇਸ ਕੀ ਹੈ, ਡੈਟ ਇਜ਼ ਸਿਮਿਲਰ ਟੂ ਕੀਬੋਰਡ, ਦੋਨਾਂ ਦੇ ਇੰਟਰਫੇਸ ਸੇਮ ਹੈ। ਤਾਂ ਹੀ ਤੁਸੀਂ ਦੇਖਿਆ ਜੋ ਕੀਬੋਰਡ ਤੇ ਮਾਊਸ ਲਗਾਉਣੇ, ਤੁਹਾਨੂੰ ਬਹੁਤਾ ਡਿਫਰੈਂਸ ਨਹੀਂ ਲੱਗਦਾ ਵੀ ਤੁਸੀਂ ਕੀਬੋਰਡ ਅਟੈਚ ਕਰ ਰਹੇ ਆ ਜਾਂ ਮਾਊਸ ਅਟੈਚ ਕਰ